ਅੱਜ ਅਸੀਂ ਗੱਲ ਪੁਰਾਤਨ ਜਨਮ ਸਾਖੀ ਬਾਰੇ ਕਰਨੀ ਆ। ਤੇ ਪੁਰਾਤਨ ਜਨਮ ਸਾਖੀ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ ਯਾਦ ਕਰਵਾ ਦਈਏ ਸਾਖੀ ਬਾਰੇ ਕਿ ਸਾਖੀ ਕੀ ਹੈ। ਤੋ ਸਾਖੀ ਸਾਕਸ਼ੀ ਜੋ ਕੁਝ ਅੱਖਾਂ ਨਾਲ ਦੇਖਿਆ ਹੈ। ਗਵਾਹੀ ਯਾਨੀ ਉਹ ਵਿਅਕਤੀ ਦੀ ਕਿਸੇ ਵਿਅਕਤੀ ਬਾਰੇ ਲਿਖਤ ਜਿਹਨੇ ਸਾਰੀਆਂ ਚੀਜ਼ਾਂ ਅੱਖਾਂ ਨਾਲ ਦੇਖੀਆਂ ਹੋਣ। ਸਾਕਸ਼ੀ ਗਵਾਹੀ। ਜਨਮ ਸਾਖੀ ਕਿ ਜਨਮ ਤੋਂ ਲੈ ਕੇ ਸਾਰੇ ਦਾ ਸਾਰਾ ਕਿਸੇ ਗੁਰੂ ਪੀਰ ਮਹਾਂਪੁਰਸ਼ ਦਾ ਜੀਵਨ ਵਰਤਾਂਤ ਅਤੇ ਮੱਧਕਾਲ ਦੀ ਇੱਕ ਵਾਰਤਕ ਵਿਧਾ ਹੈ ਜਨਮ ਸਾਖੀ। ਤਾਂ ਜਨਮ ਸਾਖੀਆਂ ਜਿਹੜੀਆਂ ਉਹ ਬਹੁਤ ਸਾਰੀਆਂ ਸਾਡੇ ਕੋਲ ਜਨਮ ਸਾਖੀਆਂ ਮਿਲਦੀਆਂ, ਪਰ ਜਿਹੜੀ ਜਨਮ ਸਾਖੀ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਨਾਨਕ ਦੇਵ ਜੀ ਦੀ ਬਾਰੇ ਲਿਖੀ ਜਨਮ ਸਾਖੀ ਹੈ, ਜਿਹਨੂੰ ਅਸੀਂ ਪੁਰਾਤਨ ਜਨਮ ਸਾਖੀ ਕਹਿੰਦੇ ਹਾਂ। ਜਿਹੜੀ ਪੁਰਾਤਨ ਜਨਮ ਸਾਖੀ ਹੈ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਕਿ ਜਨਮ ਸਾਖੀਆਂ ਦੀਆਂ ਸਾਡੇ ਕੋਲ 4 ਪਰੰਪਰਾਵਾਂ। ਇੱਕ ਪਰੰਪਰਾ ਹੈਗੀ ਆ ਜਿਹੜੀ ਆਪਾਂ ਅੱਜ ਸਾਖੀ ਕਰਨੀ ਹੈਗੀ ਆ, ਪੁਰਾਤਨ ਜਨਮ ਸਾਖੀ। ਇਹ ਜਿਹੜੀ ਪਰੰਪਰਾ ਹੈ। ਇਸ ਤੋਂ ਇਲਾਵਾ ਪਰੰਪਰਾ ਹੈਗੀ ਆ ਇੱਕ ਜਿਹਨੂੰ ਬਾਲੇ ਵਾਲੀ ਜਨਮ ਸਾਖੀ ਕਹਿੰਦੇ ਆ, ਅਤੇ ਜਿਹੜੀ ਤੀਜੀ ਪਰੰਪਰਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਭਾਈ ਮਣੀ ਸਿੰਘ ਵਾਲੀ ਜਨਮ ਸਾਖੀ। ਅਤੇ ਜਿਹੜੀ ਚੌਥੀ ਪਰੰਪਰਾ ਹੈਗੀ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਆਦਿ ਸਾਖੀਆਂ ਦੀ ਪਰੰਪਰਾ ਜਾਂ ਸਾਖੀਆਂ ਦੀ ਪਰੰਪਰਾ। ਅੱਜ ਜਿਸ ਸਾਖੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਗੱਲ ਕਰ ਰਹੇ ਹਾਂ ਪੁਰਾਤਨ ਜਨਮ ਸਾਖੀ ਦੀ। ਤਾਂ ਸਾਡੇ ਸਾਹਮਣੇ ਪਹਿਲਾਂ ਹੀ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹਦਾ ਨਾਂ ਪੁਰਾਤਨ ਜਨਮ ਸਾਖੀ ਕਿਉਂ ਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਇਹਦਾ ਨਾਂ ਇਕੱਲਾ ਪੁਰਾਤਨ ਜਨਮ ਸਾਖੀ ਨਹੀਂ, ਇਹਦਾ ਨਾਂ ਕਿਤੇ ਕੌਲਬਰੁੱਕ ਵਾਲੀ ਜਨਮ ਸਾਖੀ ਹੈ, ਕਿਤੇ ਇਹਦਾ ਨਾਂ ਹਾਫਜ਼ਾਬਾਦ ਵਾਲੀ ਜਨਮ ਸਾਖੀ ਆ, ਕਿਤੇ ਇਹਦਾ ਨਾਂ ਈਸਟ ਇੰਡੀਆ ਕੰਪਨੀ ਵਾਲੀ ਜਨਮ ਸਾਖੀ ਆ, ਕਿਤੇ ਇਹਦਾ ਨਾਂ ਹੈ ਜਿਹੜਾ ਉਹ ਭਾਈ ਵੀਰ ਸਿੰਘ ਵੱਲੋਂ ਸੰਪਾਦਿਤ ਜਨਮ ਸਾਖੀ ਵੀ ਇਹਦਾ ਨਾਂ ਪ੍ਰਚਲਿਤ ਆ। ਤਾਂ ਸਭ ਤੋਂ ਪਹਿਲੀ ਗੱਲ, ਜਿਸ ਤਰ੍ਹਾਂ ਆਪਾਂ ਕਿਸੇ ਪਹਿਲੇ ਲੈਕਚਰਾਂ ਦੇ ਵਿੱਚ ਵੀ ਗੱਲ ਕੀਤੀ ਆ ਕਿ ਮੱਧਕਾਲ ਦੇ ਵਿੱਚ ਜਿਹੜਾ ਸਾਡੇ ਕੋਲੇ ਖਰੜੇ ਨੇ ਉਹ ਹੱਥ ਲਿਖਤ ਖਰੜੇ ਨੇ, ਅਤੇ ਜਿਹੜੇ ਬਹੁਤ ਸਾਰੇ ਹੱਥ ਲਿਖਤ ਖਰੜੇ ਆ ਉਹ ਮੂਲ ਖਰੜੇ ਤੋਂ ਨਕਲ ਦਰ ਨਕਲ ਨੇ। ਤਾਂ ਸਾਡੇ ਕੋਲ ਇਹ ਅਨੁਮਾਨ ਲਾਉਣਾ ਜਾਂ ਸਮਝਣਾ ਥੋੜ੍ਹਾ ਜਿਹਾ ਔਖਾ ਹੁੰਦਾ ਹੈ ਕਿ ਕਿਹੜਾ ਮੂਲ ਖਰੜਾ ਹੈ। ਮੰਨ ਲਓ ਇੱਕ ਖਰੜਾ ਲਿਖਤਾ, ਉਦੋਂ ਕੋਈ 2 ਮਹੀਨਿਆਂ ਬਾਅਦ, ਕੋਈ ਸਾਲ ਬਾਅਦ ਹੀ ਜੇ ਦੂਜਾ ਤਾਰਾ ਕਰ ਦਿੱਤਾ ਜਾਵੇ ਤਾਂ ਬਿਲਕੁਲ ਹੀ ਇਹ ਸਮਝਣਾ ਬਹੁਤ ਔਖਾ ਹੋ ਜਾਂਦਾ ਹੈ ਕਿ ਕਿਹੜੇ ਸਮੇਂ ਦੀ ਇਹ ਰਚਨਾ ਹੈਗੀ। ਤਾਂ ਮੱਧਕਾਲੀ ਰਚਨਾ ਕੋਈ ਵੀ ਹੋਵੇ ਉਹਦੇ ਰਚਨਾਕਾਰ ਦਾ ਵੀ ਸਾਨੂੰ ਹਮੇਸ਼ਾ ਹੀ ਖਦਸ਼ਾ ਰਹਿੰਦਾ ਕਿ ਇਹਦਾ ਰਚਨਾਕਾਰ ਕੌਣ ਆ, ਅਤੇ ਉਹਦਾ ਰਚਨਾ ਕਾਲ ਕੀ ਹੈ ਇਹਦੇ ਬਾਰੇ ਵੀ ਹਮੇਸ਼ਾ ਸਮੱਸਿਆ ਬਣੀ ਰਹਿੰਦੀ ਹੈ ਕਿ ਉਹਦੀ ਸਹੀ ਰਚਨਾ ਕਾਲ ਕੀ ਹੈ, ਉਹ ਕਦੋਂ ਲਿਖੀ ਗਈ। ਫਿਰ ਇਹ ਅੱਜ ਜਿਹੜੀ ਗੱਲ 'ਤੇ ਅਸੀਂ ਪਹਿਲਾਂ ਵਿਚਾਰ ਕਰਨਾ ਹੈ ਉਹ ਹੈ ਕਿ ਇਹਦਾ ਨਾਂ ਪੁਰਾਤਨ ਜਨਮ ਸਾਖੀ ਕਿਉਂ ਆ ਅਤੇ ਕਿਹਨੇ ਰੱਖਿਆ। ਇਹਦਾ ਨਾਂ ਜਿਹੜਾ ਪੁਰਾਤਨ ਜਨਮ ਸਾਖੀ ਹੈ ਇਹ ਨਾਂ ਤਾਂ ਇਹਦਾ ਭਾਈ ਵੀਰ ਸਿੰਘ ਨੇ ਰੱਖਿਆ। ਭਾਈ ਵੀਰ ਸਿੰਘ ਨੇ ਜਦੋਂ ਇਹ ਸੰਪਾਦਿਤ ਕੀਤੀ ਤਾਂ ਉਦੋਂ ਇਹਦਾ ਨਾਂ ਰੱਖਿਆ ਗਿਆ ਪੁਰਾਤਨ ਜਨਮ ਸਾਖੀ। ਇਸ ਤੋਂ ਪਹਿਲਾਂ ਕਿ ਅਸਲ ਵਿੱਚ ਕੀ ਹੋਇਆ ਕਿ ਜਦੋਂ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੋ ਗਿਆ, ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ, ਉਹਦੇ ਮਿਸ਼ਨਰੀ, ਉਹਦੇ ਲੋਕ ਆਉਣ ਲੱਗੇ, ਤਾਂ ਉਹਨਾਂ ਨੇ ਇੱਥੋਂ ਦੀ ਭਾਸ਼ਾ ਵਿੱਚ ਲਿਖੇ ਸਾਹਿਤ ਨੂੰ ਇਕੱਠਿਆਂ ਕਰਨਾ ਸ਼ੁਰੂ ਕੀਤਾ, ਖਰੜਿਆਂ ਦੀ ਭਾਲ ਸ਼ੁਰੂ ਕੀਤੀ, ਅਤੇ ਸਿੱਖਾਂ ਨੂੰ ਸਮਝਣ ਲਈ ਸਿੱਖ ਸਾਹਿਤ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਦਿਲਚਸਪੀ ਲਈ। ਇਸੇ ਤਰ੍ਹਾਂ ਦੇ ਇੱਕ ਕੌਲਬਰੁੱਕ ਨਾਂ ਦੇ ਵਿਅਕਤੀ ਨੂੰ ਇੱਕ ਖਰੜਾ ਮਿਲਿਆ, ਅਤੇ ਉਹਨੇ ਜਿਹੜਾ ਉਹ ਖਰੜਾ ਹੈ ਉਹ ਈਸਟ ਇੰਡੀਆ ਕੰਪਨੀ ਨੂੰ ਦੇਤਾ, ਅਤੇ ਈਸਟ ਇੰਡੀਆ ਕੰਪਨੀ ਨੇ ਉਹ ਜਿਹੜਾ ਖਰੜਾ ਹੈ ਉਹ ਖਰੜਾ ਇੰਡੀਅਨ ਆਫਿਸ ਲਾਇਬ੍ਰੇਰੀ ਦੇ ਲਈ ਲੰਡਨ ਭੇਜਤਾ, ਵਿਲਾਇਤ ਭੇਜਤਾ। ਤਾਂ ਇਸ ਕਰਕੇ ਇਸ ਜਨਮ ਸਾਖੀ ਨੂੰ ਕਈ ਵਾਰੀ ਕੌਲਬਰੁੱਕ ਵਾਲੀ ਜਨਮ ਸਾਖੀ ਵੀ ਕਹਿ ਦਿੱਤਾ ਜਾਂਦਾ, ਕਈ ਵਾਰੀ ਇਹਨੂੰ ਕੰਪਨੀ ਵਾਲੀ, ਈਸਟ ਇੰਡੀਆ ਕੰਪਨੀ ਵਾਲੀ ਜਨਮ ਸਾਖੀ ਵੀ ਕਹਿ ਦਿੱਤਾ ਜਾਂਦਾ, ਕਿਉਂਕਿ ਇਹਦਾ ਇੱਕ ਵਾਰ ਖਰੜਾ ਵਿਲਾਇਤ ਚਲਿਆ ਗਿਆ ਸੀ, ਇਸ ਕਰਕੇ ਇਹਨੂੰ ਵਿਲਾਇਤ ਵਾਲੀ ਜਨਮ ਸਾਖੀ ਵੀ ਕਹਿ ਦਿੱਤਾ ਜਾਂਦਾ। ਤਾਂ ਇੱਕ ਵਾਰ ਸਿੱਖਾਂ ਨੇ ਇਹ ਬੇਨਤੀ ਕੀਤੀ ਕਿ ਕੋਈ ਸਾਡਾ ਖਰੜਾ ਹੈਗਾ ਉਹ ਖਰੜਾ ਸਾਨੂੰ ਦਿੱਤਾ ਜਾਵੇ, ਤਾਂ ਉਸ ਸਮੇਂ ਦਾ ਜਿਹੜਾ ਗਵਰਨਰ ਸੀ ਉਹਨੇ ਇਹ ਕੋਈ 1883 ਦੇ ਵਿੱਚ ਉਹ ਖਰੜਾ
ਦੀ ਫੋਟੋਕਾਪੀ, ਉਸ ਸਮੇਂ ਜਿਹੜੀ ਕਾਪੀ ਦੀ ਤਕਨੀਕ ਸੀਗੀ, ਫੋਟੋਗ੍ਰਾਫੀ ਦੀ ਤਕਨੀਕ ਸੀਗੀ, ਜਿੰਕੋਗ੍ਰਾਫੀ ਉਹਨੂੰ ਕਹਿੰਦੇ ਸੀਗੇ, ਉਸ ਤਕਨੀਕ ਨਾਲ ਇਸ ਦਾ ਜਿਹੜੇ ਉਤਾਰੇ ਨੇ ਕੁਝ, ਉਹ ਜਿਹੜੇ ਸਿੱਖ ਸਰਦਾਰ ਸੀ, ਜਿਹਨੂੰ ਚੀਫਸ ਕਹਿੰਦੇ ਸੀਗੇ, ਸਿੱਖ ਸਰਦਾਰਾਂ ਨੂੰ ਉਹ ਭੇਜੇ। ਤਾਂ ਇਉਂ ਇਹ ਸਾਡੀ ਹੀ ਸਾਖੀ ਸਾਨੂੰ ਅੰਗਰੇਜ਼ਾਂ ਨੇ ਮੁੜ ਦਿੱਤੀ ਕਿਹਾ ਜਾ ਸਕਦਾ। ਇਸ ਕਰਕੇ ਇਹਦਾ ਨਾਂ ਕੋਲਬਰਕ ਵਾਲੀ ਜਨਮ ਸਾਖੀ ਵੀ ਹੈ, ਇਹਦਾ ਵਲੈਤ ਵਾਲੀ ਜਨਮ ਸਾਖੀ ਵੀ ਹੈ, ਅਤੇ ਇਹਦਾ ਨਾਂ ਕੰਪਨੀ ਵਾਲੀ ਜਨਮ ਸਾਖੀ ਹੈ। ਇਸੇ ਸਮੇਂ ਇਸੇ ਹੀ ਸਾਖੀ ਦਾ ਇੱਕ ਕੋਈ ਹੋਰ ਖਰੜਾ, ਇਹ ਜਨਮ ਸਾਖੀਆਂ ਦਾ ਸੰਗ੍ਰਹਿ ਆ, ਇਸੇ ਹੀ ਜਨਮ ਸਾਖੀਆਂ ਦਾ ਇੱਕ ਹੋਰ ਜਿਹੜਾ ਖਰੜਾ ਹੈ ਉਹ ਹਾਫਜ਼ਾਬਾਦ ਤੋਂ ਲੱਭਿਆ। ਜਿਹੜਾ ਹਾਫਜ਼ਾਬਾਦ ਤੋਂ ਲੱਭਿਆ ਉਹ ਗੁਰਮੁਖ ਸਿੰਘ ਹੋਰਾਂ ਨੇ ਉਹਦੀ ਭੂਮਿਕਾ ਲਿਖੀ, ਅਤੇ ਉਹ ਜਿਹੜਾ ਇੱਕ ਸਿੱਖ ਧਰਮ ਦੇ ਉੱਤੇ ਅੰਗਰੇਜ਼ ਖੋਜ ਕਰਦਾ ਸੀ ਮਕਾਲਫ, ਉਹ ਉਹਦੇ ਕੋਲੇ ਚਲਿਆ ਗਿਆ। ਇਸ ਕਰਕੇ ਇਹਨੂੰ ਕਈ ਵਾਰ ਮਕਾਲਫ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ, ਕਈ ਵਾਰੀ ਹਾਫਜ਼ਾਬਾਦ ਵਾਲੀ ਜਨਮ ਸਾਖੀ ਜਾਂ ਹਾਫਜ਼ਾਬਾਦ ਵਾਲਾ ਖਰੜਾ ਵੀ ਕਹਿ ਦਿੱਤਾ ਜਾਂਦਾ। ਉਹ ਜਿਹੜਾ ਪਹਿਲਾਂ ਚੀਫਸ ਨੂੰ ਭੇਜਿਆ ਸੀ, ਉਹ ਫਿਰ ਬਾਅਦ ਦੇ ਵਿੱਚ ਪੱਥਰ ਛਾਪੇ ਦੇ ਉੱਤੇ ਛਪਿਆ ਵੀ, ਪ੍ਰੈਸ ਦੇ ਵਿੱਚ ਉਹ ਛਪਿਆ ਵੀ। ਤਾਂ ਹੁਣ ਭਾਈ ਵੀਰ ਸਿੰਘ ਸਾਹਮਣੇ 3 ਖਰੜੇ ਹੋ ਗਏ ਜਾਂ 3 ਪੱਤਰ ਹੋ ਗਏ। ਇੱਕ ਮੂਲ ਖਰੜਾ ਜਿਹੜਾ ਜਿੰਕੋਗ੍ਰਾਫੀ ਵਾਲਾ ਸੀ, ਦੂਜਾ ਜਿਹੜੀ ਇਹ ਫੋਟੋਕਾਪੀ ਸੀ, ਦੂਜਾ ਜਿਹੜਾ ਪੱਥਰ ਦਾ ਛਾਪਾ ਸੀ, ਅਤੇ ਤੀਜੀ ਜਿਹੜੀ ਹਾਫਜ਼ਾਬਾਦ ਵਾਲਾ ਖਰੜਾ ਸੀ। ਉਹਨਾਂ ਨੇ ਤਿੰਨਾਂ ਦਾ ਮਿਲਾਨ ਕਰਕੇ ਇਹ 1885 ਦੇ ਵਿੱਚ ਇਹ ਦੁਬਾਰਾ ਕਿਤਾਬ ਛਪਵਾਈ, ਅਤੇ ਇਹਦਾ ਨਾਂ ਰੱਖਿਆ ਪੁਰਾਤਨ ਜਨਮ ਸਾਖੀ। ਇਹਦਾ ਨਾਂ ਰੱਖਿਆ ਪੁਰਾਤਨ ਜਨਮ ਸਾਖੀ। ਅਤੇ ਇਹ ਜਿਹੜਾ ਨਾਂ ਹੈ ਇਹ ਭਾਈ ਵੀਰ ਸਿੰਘ ਨੇ ਦਿੱਤਾ, ਅਤੇ ਭਾਈ ਵੀਰ ਸਿੰਘ ਨੇ ਇਹਨੂੰ ਸੰਪਾਦਿਤ ਕਰਦਿਆਂ ਕੁਝ ਹੋਰ ਕੰਮ ਵੀ ਕੀਤੇ ਕਿ ਉਹਨਾਂ ਨੇ ਇਸ ਵਿੱਚ ਬਹੁਤ ਥਾਵਾਂ ਦੇ ਉੱਤੇ ਜਿਹੜੀ ਗੁਰਬਾਣੀ ਆ ਉਹ ਬਿਲਕੁਲ ਕਿਹਾ ਜਾ ਸਕਦਾ ਕਿ ਸ਼ੁੱਧ ਨਹੀਂ ਸੀ। ਉਹਨਾਂ ਨੇ ਉਹ ਸ਼ੁੱਧ ਕੀਤੀ, ਜਿੱਥੇ ਕੋਈ ਲਗਾ ਮਾਤਰਾ ਲਾਉਣ ਵਾਲੀਆਂ ਸੀ ਉੱਥੇ ਲਗਾ ਮਾਤਰਾ ਲਾਈਆਂ। ਜਿਹੜਾ ਮੂਲ ਖਰੜਾ ਸੀ ਉਹਦੇ ਵਿੱਚ ਕੁਝ ਸਾਖੀਆਂ ਅਧੂਰੀਆਂ ਸੀ, ਉਹ ਸਾਖੀਆਂ ਹਾਫਜ਼ਾਬਾਦ ਵਾਲੇ ਖਰੜੇ ਨਾਲ ਮਿਲਾਨ ਕਰਕੇ ਪਾਈਆਂ, ਅਤੇ ਇਸੇ ਤਰ੍ਹਾਂ ਹੀ ਸਾਖੀਆਂ ਨੂੰ ਸਿਰਲੇਖ ਦਿੱਤੇ। ਅਤੇ ਹੁਣ ਇਹਦੇ ਵਿੱਚ 57 ਸਾਖੀਆਂ ਨੇ, 57 ਸਾਖੀਆਂ ਨੇ। ਤਾਂ ਇਹ ਜਿਹੜਾ ਸਾਖੀਆਂ ਹੈ ਇਹ ਲਿਖੀਆਂ ਕਦੋਂ ਗਈਆਂ, ਇਹਦੇ ਬਾਰੇ ਸਾਡੇ ਕੋਲ ਅੰਦਰਲੀ ਗਵਾਹੀ ਜਿਹਨੂੰ ਕਹਿੰਦੇ ਆ, ਜਦੋਂ ਅਸੀਂ ਖਰੜੇ ਨੂੰ ਪੜ੍ਹਦੇ ਹਾਂ, ਜਦੋਂ ਅਸੀਂ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਕੀ ਪਤਾ ਲੱਗਦਾ ਹੈ। ਭਾਈ ਵੀਰ ਸਿੰਘ ਨੇ ਭੂਮਿਕਾ ਦੇ ਵਿੱਚ ਵੀ ਕੁਝ ਚੀਜ਼ਾਂ ਬਾਰੇ ਇਸ਼ਾਰੇ ਕੀਤੇ ਆ। ਤਾਂ ਇੱਕ ਚੀਜ਼ ਬਾਰੇ ਤਾਂ ਉਹਨਾਂ ਨੇ ਇਹ ਇਸ਼ਾਰਾ ਕੀਤਾ ਹੈ ਕਿ ਭਾਵਾਂ ਸਾਰੀਆਂ ਜਨਮ ਸਾਖੀਆਂ ਇਹ ਕਹਿੰਦੀਆਂ ਕਿ ਸਾਡੀ ਜਨਮ ਸਾਖੀ ਸਭ ਤੋਂ ਪੁਰਾਣੀ ਆ, ਜਿੰਨੀਆਂ ਵੀ ਉਹਨਾਂ ਦੇ ਖੋਜੀ ਨੇ ਉਹਦੇ ਬਾਰੇ ਦਾਅਵਾ ਕਰਨ ਵਾਲੇ ਨੇ। ਭਾਈ ਬਾਲੇ ਵਾਲੀ ਜਨਮ ਸਾਖੀ ਬਾਰੇ ਤਾਂ ਇਹ ਮਸ਼ਹੂਰ ਹੈ ਕਿ ਇਹ ਬਾਲੇ ਨੇ, ਬਾਲਾ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ, ਅਤੇ ਉਹਨਾਂ ਨੇ ਭਾਈ ਬਾਲੇ ਨੇ ਲਿਖਵਾਈ ਆ। ਪਰ ਖੋਜੀ ਇਹ ਦੱਸਦੇ ਆ ਕਿ ਇਹ ਤਾਂ ਅਸਲ ਦੇ ਵਿੱਚ ਹੰਧਾਲੀਆਂ ਦੇ ਸਮੇਂ ਹੰਧਾਲੀਆਂ ਨੇ ਇਸ ਸਾਖੀ ਨੂੰ ਕਿਤੇ ਬਹੁਤ ਬਾਅਦ 'ਚ ਲਿਖਿਆ, ਪਰ ਪ੍ਰਮਾਣਿਕ ਬਣਾਉਣ ਲਈ ਕਿਤੇ ਇਹਦੇ ਵਿੱਚ ਬਾਲਾ ਨਾਂ ਵਰਤ ਲਿਆ ਗਿਆ। ਇਸੇ ਤਰ੍ਹਾਂ ਹੀ ਜਿਹੜੀ ਭਾਈ ਮਨੀ ਸਿੰਘ ਵਾਲੀ ਸਾਖੀ, ਉਹ ਕਿੰਨੀ ਵੀ ਪੁਰਾਣੀ ਹੋਵੇ ਪਰ ਹੈ ਤਾਂ ਉਹ 10ਵੇਂ ਪਾਤਸ਼ਾਹ ਤੋਂ, ਫਿਰ ਇਹਦਾ ਮਤਲਬ ਬਾਅਦ ਹੀ ਕਿਤੇ ਰਚੀ ਜਾਂ ਲਿਖੀ ਗਈ ਹੋ ਸਕਦੀ ਹੈ। ਜਿਹੜੀ ਇਹ ਸਾਖੀ ਹੈਗੀ ਹੈ ਇਹਦੀ ਪੁਰਾਤਨਤਾ ਕਿੰਨੀ ਕੁ ਹੋ ਸਕਦੀ ਹੈ, ਇੱਕ ਗੱਲ ਪੱਕੀ ਹੈ ਕਿ ਇਸ ਜਨਮ ਸਾਖੀ ਦੇ ਮੂਲ ਖਰੜੇ ਦੇ ਵਿੱਚ 5ਵੇਂ ਪਾਤਸ਼ਾਹ ਦੇ ਸ਼ਬਦ ਆਏ ਹੈ। ਜੇ 5ਵੇਂ ਪਾਤਸ਼ਾਹ ਦੇ ਸ਼ਬਦ ਹੈ ਤਾਂ ਮਤਲਬ 5ਵੇਂ ਪਾਤਸ਼ਾਹ ਦੇ ਸ਼ਬਦ ਤਾਂ ਉਸ ਸਮੇਂ ਹੀ ਉਚਰੇ ਹੋਣਗੇ ਜਦੋਂ ਬੀੜ 5ਵੇਂ ਪਾਤਸ਼ਾਹ ਗੁਰਗੱਦੀ 'ਤੇ ਬੈਠ ਗਏ ਹੋਣਗੇ। ਇਹਦਾ ਮਤਲਬ ਇਹ ਕਿ ਇਹ ਜਿਹੜੀ ਸਾਖੀ ਹੈ 5ਵੇਂ ਪਾਤਸ਼ਾਹ ਤੋਂ ਤਾਂ ਬਾਅਦ ਰਚੀ ਗਈ। ਪਰ ਇਹਦੇ ਵਿੱਚ ਇਹ ਭੁਲੇਖਾ ਕਿਵੇਂ ਪੈ ਗਿਆ ਕਿ ਜਿਹੜੇ ਪਹਿਲੇ ਪਾਤਸ਼ਾਹ ਦੇ ਸ਼ਬਦ ਦੇ ਨੇ, ਪਹਿਲੇ ਪਾਤਸ਼ਾਹ ਦੇ ਮੂੰਹ ਦੇ ਵਿੱਚ 5ਵੇਂ ਪਾਤਸ਼ਾਹ ਦੇ ਸ਼ਬਦ ਪਾਏ ਜਾਣ। ਇਹ ਤਾਂ ਹੋ ਸਕਦਾ ਹੈ ਕਿ ਹਜੇ ਸ਼ਾਇਦ ਉਦੋਂ ਬੀੜ ਨਾ ਬੰਨੀ ਗਈ ਹੋਵੇ, ਕਿਉਂ ਜਦੋਂ ਇੱਕ ਵਾਰ ਬੀੜ ਤਿਆਰ ਹੋ ਗਈ ਫਿਰ ਤਾਂ ਇਹ ਪੱਕਾ ਹੋ ਗਿਆ ਕਿ ਕਿਹੜੇ ਸ਼ਬਦ ਕਿਹੜੇ ਮਹੱਲਾ ਦੇ ਆ, ਕਿਹੜੇ ਪਾਤਸ਼ਾਹ ਦੇ ਨੇ, ਪਹਿਲੇ ਪਾਤਸ਼ਾਹ ਦੇ ਨੇ ਜਾਂ ਦੂਜੇ ਪਾਤਸ਼ਾਹ ਦੇ ਜਾਂ ਤੀਜੇ ਪਾਤਸ਼ਾਹ ਦੇ ਨੇ। ਭੁਲੇਖਾ ਲੱਗਣਾ ਨਹੀਂ ਸੀ। ਇਹ ਹੋ ਨਹੀਂ ਸਕਦਾ ਕਿ ਜਿਹੜਾ ਗੁਰੂ ਘਰ ਦਾ ਕੋਈ ਪ੍ਰੇਮੀ ਆ, ਜਿਹੜਾ ਪੁਰਾਤਨ ਜਨਮ ਸਾਖੀ ਜੋ ਵੀ ਉਸ ਵੇਲੇ ਖਰੜੇ ਦਾ ਨਾਂ ਸੀ ਉਹ ਲਿਖ ਰਿਹਾ ਸੀ, ਅਤੇ ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਦੋਂ ਆਦਿ ਗ੍ਰੰਥ ਸੀਗਾ, ਆਦਿ ਗ੍ਰੰਥ ਦਾ ਪਾਠ ਨਾ ਕੀਤਾ ਹੋਵੇ।
ਇਹਨਾਂ ਗੱਲਾਂ ਤੋਂ ਵਿਦਵਾਨ ਇਹਨਾਂ ਸਿੱਟਿਆਂ 'ਤੇ ਪੁੱਜਦੇ ਨੇ ਕਿ ਇਸ ਦੀ ਰਚਨਾ, ਖਾਸ ਕਰਕੇ ਰਤਨ ਸਿੰਘ ਜੱਗੀ ਜੀ ਇਸ ਸਿੱਟੇ 'ਤੇ ਪੁੱਜਦੇ ਆ ਕਿ ਪੁਰਾਤਨ ਜਨਮ ਸਾਖੀ ਆ ਜਿਹੜੀ ਇਹਦੀ ਰਚਨਾ ਕਾਲ ਆ ਉਹ ਪੰਜਵੇਂ ਪਾਤਸ਼ਾਹ ਦੇ ਗੁਰਗੱਦੀ 'ਤੇ ਬੈਠਣ ਤੋਂ ਬਾਅਦ, ਪਰ ਆਦਿ ਗ੍ਰੰਥ ਦੀ ਬੀੜ ਵੱਜਣ ਤੋਂ ਕਿਤੇ ਦਰਮਿਆਨੇ ਸਮੇਂ ਦੇ ਵਿੱਚ ਇਹ ਲਿਖੀ ਹੋ ਸਕਦੀ ਆ। ਇਹ ਪੁਰਾਣਾ ਤੋਂ ਪੁਰਾਣਾ ਅਨੁਮਾਨ ਹੋ ਸਕਦਾ, ਜਿੰਨਾ ਕੋਈ ਪੁਰਾਣਾ ਅਨੁਮਾਨ ਲਾਇਆ ਜਾ ਸਕਦਾ। ਪਰ ਕੁਝ ਜਿਹੜੀਆਂ ਸਾਖੀਆਂ ਹੈਗੀਆਂ ਉਹਦੇ ਵਿੱਚ ਵਾਹਿਗੁਰੂ ਜੀ ਕਾ ਫਤਿਹ ਜਾਂ ਵਾਹਿਗੁਰੂ ਜੀ ਲਿਖਿਆ ਹੈ, ਅਤੇ ਵਾਹਿਗੁਰੂ ਸ਼ਬਦ ਦਾ ਜਿਹੜਾ ਪ੍ਰਚਲਨ ਉਹ ਆਮ ਕਰਕੇ ਕਿਹਾ ਜਾਂਦਾ ਹੈਗਾ ਕਿ 10ਵੇਂ ਪਾਤਸ਼ਾਹ ਤੋਂ ਬਾਅਦ ਸ਼ੁਰੂ ਹੈ, ਅਤੇ ਕੁਝ ਲੋਕ ਇਹਨੂੰ 10ਵੇਂ ਪਾਤਸ਼ਾਹ ਦੇ ਸਮੇਂ ਨਿਰਧਾਰਿਤ ਕਰਦੇ ਆ। ਤਾਂ ਫਿਰ ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਸ ਦੇ ਰਚਨਾ ਕਾਲ ਬਾਰੇ ਅਸੀਂ ਬਹੁਤਾ ਪੱਕ ਨਾਲ ਨਹੀਂ ਕਹਿ ਸਕਦੇ, ਪਰ ਇੱਕ ਗੱਲ ਪੱਕੀ ਹੈ ਕਿ ਇਹ ਪੰਜਵੇਂ ਪਾਤਸ਼ਾਹ ਤੋਂ ਬਾਅਦ ਦੀ ਹੀ ਰਚਨਾ ਹੈ। ਹੁਣ ਦੂਜੀ ਗੱਲ ਕਿ ਇਹਦਾ ਰਚਨਾਕਾਰ ਕੌਣ ਆ? ਤਾਂ ਪੁਰਾਣੇ ਜਿਹੜੇ ਲੇਖਕ ਨੇ ਉਹ ਆਪਣਾ ਨਾਮ ਤਾਂ ਦਿੰਦੇ ਨਹੀਂ ਸੀ, ਇਸ ਕਰਕੇ ਤਾਂ ਸਾਨੂੰ ਪਤਾ ਨਹੀਂ ਲੱਗ ਸਕਦਾ ਕਿ ਇਹਦਾ ਰਚਨਾਕਾਰ ਕੌਣ ਆ। ਭਾਸ਼ਾ ਦੇ ਆਧਾਰ 'ਤੇ ਅਧਿਐਨ ਕਰਦਿਆਂ ਕੁਛ ਗੱਲਾਂ ਭਾਈ ਵੀਰ ਸਿੰਘ ਨੇ ਵੀ ਕੀਤੀਆਂ ਸੀ, ਪਰ ਰਤਨ ਸਿੰਘ ਜੱਗੀ ਨੇ ਭਾਸ਼ਾ ਦੇ ਆਧਾਰ 'ਤੇ ਅਧਿਐਨ ਕਰਕੇ ਕਿਹਾ ਕਿ ਇਹ ਕੋਈ ਰਾਵਲਪਿੰਡੀ ਦੇ ਇਲਾਕੇ ਦਾ, ਪਿੰਡੀ ਘੇਬ ਦੇ ਇਲਾਕੇ ਦਾ ਕੋਈ ਗੁਰਮੁਖ ਪਿਆਰਾ ਹੋਵੇਗਾ ਕਿ ਜਿਹਨੇ ਇਹ ਲਿਖੀ ਆ। ਕੁਝ ਥਾਵਾਂ 'ਤੇ ਨਾਂ ਵੀ ਕੁਛ ਬੰਦਿਆਂ ਨੇ ਕਿਹਾ ਕਿ ਨਾਂ ਉਹਦਾ ਸੇਵਾ ਸਿੰਘ ਸੀ, ਕੁਝ ਨੇ ਕਿਹਾ ਗੁਰਮੁਖ ਸਿੰਘ ਸੀ, ਕੁਝ ਇਸ ਕਿਸਮ ਦੀ ਗੱਲਬਾਤ ਵੀ ਚੱਲਦੀ ਹੈ। ਵੈਸੇ ਜਿਹੜਾ ਗੁਰਮੁਖ ਨਾਂ ਹੈ ਉਹ ਆਮ ਕਿਸੇ ਵੀ ਸਿੱਖ ਲਈ ਵਰਤਿਆ ਜਾ ਸਕਦਾ। ਸੇਵਾ ਕਿ ਜਿਹਨੇ ਸੇਵਾ ਕੀਤੀ ਇਸ ਪੋਥੀ ਦੀ। ਸੋ ਹਜੇ ਅਸੀਂ ਇਹਦੇ ਬਾਰੇ ਕੋਈ ਪੱਕ ਨਾਲ ਨਹੀਂ ਕਹਿ ਸਕਦੇ ਕਿ ਇਸ ਦਾ ਸਹੀ ਰਚਨਾਕਾਰ ਕੌਣ ਅਤੇ ਰਚਨਾ ਕਾਲ ਕੀ ਹੈ। ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਪੰਜਵਾਂ ਪਾਤਸ਼ਾਹ ਤੋਂ ਬਾਅਦ ਇਹਦਾ ਰਚਨਾ ਕਾਲ ਬਣਦਾ, 10ਵੇਂ ਪਾਤਸ਼ਾਹ ਤੱਕ ਕਿਸੇ ਇਹਦਾ ਵਿਚਕਾਰ ਸਮਾਂ ਬਣਦਾ। ਰਚਨਾ ਕਾਲ ਇਹਦੀ ਕੀ ਹੈਗੀ ਆ, ਇਹ ਅਸੀਂ ਇੰਨਾ ਮੋਟਾ ਜਿਹਾ ਅੰਦਾਜ਼ਾ ਲਾ ਸਕਦੇ ਹਾਂ। ਰਚਨਾਕਾਰ ਕੌਣ? ਅਸੀਂ ਕਹਿ ਸਕਦੇ ਹਾਂ ਕਿ ਗੁਰੂ ਘਰ ਦਾ ਕੋਈ ਪਿਆਰਾ ਹੈ, ਗੁਰੂ ਘਰ ਦਾ ਕੋਈ ਸੇਵਕ ਆ, ਕੋਈ ਗੁਰਮੁਖ ਪਿਆਰਾ ਹੈ ਕਿ ਗੁਰਮੁਖ ਸੇਵਕ ਆ। ਪਰ ਹੁਣ ਇਹਦੀ ਜਿਹੜੀ ਖੋਜ ਹੈਗੀ ਇਹਦੇ ਬਾਰੇ ਇਦੋਂ ਵੱਧ ਨਹੀਂ ਅਸੀਂ ਜਾਣ ਸਕਦੇ। ਰਚਨਾਕਾਰ, ਰਚਨਾ ਕਾਲ ਅਤੇ ਇਹਦੇ ਨਾਂ ਤੋਂ ਬਾਅਦ ਜਿਹੜੀ ਅਗਲੀ ਸਮੱਸਿਆ ਆਉਂਦੀ ਹੈ ਜਾਂ ਅਗਲੀ ਗੱਲ ਆਉਂਦੀ ਹੈ ਕਿ ਕੀ ਇਹਨਾਂ ਜਨਮ ਸਾਖੀਆਂ ਨੂੰ ਅਸੀਂ ਇਤਿਹਾਸਕ ਮੰਨ ਸਕਦੇ ਹਾਂ ਜਾਂ ਨਹੀਂ ਮੰਨ ਸਕਦੇ। ਦੇਖੋ, ਜਿਹੜੀਆਂ ਪੁਰਾਤਨ ਜਨਮ ਸਾਖੀ ਹੈਗੀ ਆ ਇਹ ਅਸੀਂ ਸਾਹਿਤ ਦੇ ਤੌਰ 'ਤੇ ਤਾਂ ਇਹਨੂੰ ਅਸੀਂ ਪ੍ਰਵਾਨਦੇਹੀ ਹਾਂ। ਇਤਿਹਾਸਕ ਦਸਤਾਵੇਜ਼ ਵਜੋਂ ਜੇ ਅਸੀਂ ਇਹਨੂੰ ਵੇਖੀਏ ਤਾਂ ਇਹ ਇਤਿਹਾਸ ਵਾਲਿਆਂ ਦਾ ਕੰਮ ਆ। ਭਾਵੇਂ ਇੱਕ ਪ੍ਰਸਿੱਧ ਇਤਿਹਾਸਕਾਰ ਸੁਰਜੀਤ ਸਿੰਘ ਹਾਂਸ ਤਾਂ ਕਹਿੰਦੇ ਕਿ ਇਹਨੂੰ ਇਤਿਹਾਸ ਵਜੋਂ ਨਹੀਂ, ਇਹਨੂੰ ਸਾਹਿਤਕ ਕਿਰਤ ਵਜੋਂ ਹੀ ਵਾਚਣਾ ਚਾਹੀਦਾ, ਆਪਣੇ ਇੱਕ ਲੇਖ ਦੇ ਵਿੱਚ ਕਹਿੰਦੇ ਆ। ਪਰ ਅਸਲ ਦੇ ਵਿੱਚ ਇਹ ਇਤਿਹਾਸ ਦਾ ਸਰੋਤ ਤਾਂ ਹੈ ਹੀ। ਇਹ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ, ਮਹੱਤਵਪੂਰਨ ਘਟਨਾਵਾਂ ਬਾਰੇ ਇਹ ਸਾਨੂੰ ਗੱਲਾਂ ਤਾਂ ਦੱਸਦਾ ਹੀ ਹੈ। ਤਾਂ ਉਹਦੇ ਵਿੱਚੋਂ ਸਾਨੂੰ ਮੋਟਾ ਜਿਹਾ ਅੰਦਾਜ਼ਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਦਾ ਜੀਵਨ ਕਿਸ ਤਰ੍ਹਾਂ ਰਿਹਾ, ਕਿਵੇਂ ਰਿਹਾ। ਪਰ ਹੁਣ ਅਗਲੀ ਗੱਲ ਕਿ ਕੀ ਇਹ ਇੱਕ ਸ਼ਬਦ ਵਰਤਿਆ ਜਾਂਦਾ ਕਿ ਕੀ ਇਹ ਸਾਖੀਆਂ ਇਤਿਹਾਸ ਨੇ ਜਾਂ ਇਹ ਮਿਥਿਹਾਸ ਨੇ। ਤਾਂ ਅਸਲ ਦੇ ਵਿੱਚ ਇਤਿਹਾਸ ਅਤੇ ਮਿਥਿਹਾਸ ਦਾ ਸੰਗਮ ਆ। ਗੁਰੂ ਨਾਨਕ ਪਾਤਸ਼ਾਹ ਹੋਏ, ਇਹ ਇਤਿਹਾਸਕ ਗੱਲ ਆ। ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਇਤਿਹਾਸਕ ਨੇ, ਪਰ ਇਹ ਵੀ ਨਹੀਂ ਕਿ ਸ਼ੁੱਧ ਇਤਿਹਾਸਕ ਘਟਨਾਵਾਂ ਹੀ ਆ। ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਖੀਕਾਰ ਨੇ ਆਪਣੀ ਸ਼ਰਧਾ 'ਚੋਂ, ਆਪਣੀ ਕਲਪਨਾ 'ਚੋਂ, ਆਪਣੇ ਢੰਗ ਨਾਲ ਘੜ ਕੇ ਵੀ ਪਾਈਆਂ ਹੋ ਸਕਦੀਆਂ, ਜਿਨ੍ਹਾਂ ਦੇ ਵਿੱਚ ਮਿਥਿਹਾਸਕ ਜਾਂ ਮਿਥਕ ਅੰਸ਼ ਆ। ਤਾਂ ਇਤਿਹਾਸ ਅਤੇ ਮਿਥਿਹਾਸ ਦਾ ਸੰਗਮ ਆ। ਪਰ ਬਹੁਤੇ ਵਾਰੀ ਅਸੀਂ ਇੱਕ ਹੋਰ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਅਸੀਂ ਇਹ ਸਮਝਣ ਲੱਗ ਪੈਂਦੇ ਹਾਂ ਕਿ ਜੋ ਮਿਥਿਹਾਸ ਆ ਉਹ ਝੂਠ ਆ, ਜੋ ਇਤਿਹਾਸ ਆ ਉਹ ਸੱਚ ਆ। ਅਸਲ ਦੇ ਵਿੱਚ ਇਹ ਗੱਲ ਨਹੀਂ ਹੁੰਦੀ। ਮਿਥਿਹਾਸ ਆ ਜਿਹੜਾ ਉਹਦੇ ਵਿੱਚ ਸੱਚ ਸਮਾਇਆ ਹੋਇਆ ਹੁੰਦਾ, ਪਰ ਉਹ ਜਿਹੜਾ ਸੱਚ ਆ ਉਹਦਾ ਜਿਹੜਾ ਤੱਤ ਆ, ਉਹਦੀ ਜਿਹੜੀ ਨੌਈਅਤ ਆ, ਉਹਦੀ ਜਿਹੜੀ ਪ੍ਰਕਿਰਤੀ ਆ ਉਹ ਵੱਖਰੇ ਭਾਂਤ ਦੀ ਹੁੰਦੀ ਹੈ। ਤਾਂ ਥੋੜ੍ਹੀ ਜਿਹੀ ਗੱਲ ਜੇ ਤੁਸੀਂ ਪੁਰਾਤਨ ਜਨਮ ਸਾਖੀ ਨੂੰ ਸਮਝਣਾ ਹੈ ਜਾਂ ਸਾਖੀ ਸਾਹਿਤ ਨੂੰ ਸਮਝਣਾ ਹੈ ਜਾਂ ਕਿਸੇ ਵੀ ਬਰਤਾਂਤ ਨੂੰ ਸਮਝਣਾ ਹੈ ਤਾਂ ਤੁਹਾਨੂੰ ਮਿੱਥ, ਖਾਸ ਕਰਕੇ ਜਿਹੜਾ ਧਾਰਮਿਕ ਸਾਹਿਤ ਆ ਉਹਨੂੰ ਸਮਝਣ ਦੇ ਲਈ ਤੁਹਾਨੂੰ ਮਿੱਥ ਬਾਰੇ ਥੋੜ੍ਹਾ ਜਿਹਾ ਜਾਣਨਾ ਚਾਹੀਦਾ ਹੈ, ਜਾਂ ਮਿੱਥ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮਿੱਥ ਹੈ ਕੀ।
ਤਾਂ ਮਿੱਥ ਨੂੰ ਆਮ ਸ਼ਬਦਾਂ ਵਿੱਚ ਤਾਂ ਅਸੀਂ ਕਹਿੰਦੇ ਹਾਂ ਕਿ ਜੋ ਚੀਜ਼ ਮਿੱਥੀ ਹੋਵੇ ਜਾਂ ਝੂਠੀ ਹੋਵੇ ਜਾਂ ਕਪੋਲ ਕਲਪਨਾ ਹੋਵੇ, ਅਸਲ 'ਚ ਅਜਿਹਾ ਨਹੀਂ ਹੁੰਦਾ। ਮਿੱਥ ਅਸਲ ਦੇ ਵਿੱਚ ਤਾਂ ਹੋਰ ਚੀਜ਼ ਹੈਗੀ ਹੈ। ਮਿੱਥ ਆ ਜਿਹੜੀ ਉਹ ਬੁਨਿਆਦੀ ਤੌਰ 'ਤੇ ਤਾਂ ਮਨੁੱਖ ਦੇ ਜਿਹੜੇ ਬੜੇ ਹੀ ਮਹੱਤਵਪੂਰਨ ਬੁਨਿਆਦੀ ਪ੍ਰਸ਼ਨ ਨੇ ਕਿ ਮਨੁੱਖ ਕਿੱਥੋਂ ਆਇਆ, ਕਿੱਥੇ ਜਾਵੇਗਾ, ਮਨੁੱਖ ਪੈਦਾ ਕਿਵੇਂ ਹੋਇਆ, ਇਹ ਸੰਸਾਰ ਕਿਵੇਂ ਚੱਲਦਾ ਹੈ, ਇਹਨਾਂ ਬੁਨਿਆਦੀ ਪ੍ਰਸ਼ਨਾਂ ਦੇ ਉੱਤਰ ਨੇ। ਉਹ ਉੱਤਰ ਠੀਕ ਹੋ ਸਕਦੇ ਆ, ਉਹ ਉੱਤਰ ਗਲਤ ਹੋ ਸਕਦੇ ਆ, ਪਰ ਉਹ ਉੱਤਰ ਦੇਣ ਦੀ ਇੱਕ ਕੋਸ਼ਿਸ਼ ਹੈਗੀ ਆ। ਤਾਂ ਮਿੱਥ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਮਿੱਥ ਆ ਜਿਹੜੀ ਉਹਦੇ ਵਿੱਚ ਇੱਕ ਕਹਾਣੀ ਹੁੰਦੀ ਆ, ਇੱਕ ਕਥਾ ਹੁੰਦੀ ਆ। ਤਾਂ ਮਿੱਥ ਦੀ ਸ਼ਕਤੀ ਇਸ ਗੱਲ ਵਿੱਚ ਹੁੰਦੀ ਆ ਕਿ ਮਿੱਥ ਨੂੰ ਉਸ ਮਿੱਥ ਦੇ ਸਿਰਜਣਹਾਰੇ ਭਾਈਚਾਰੇ ਦੇ ਲੋਕ ਸੱਚ ਕਰਕੇ ਜਾਣਦੇ ਆ ਅਤੇ ਉਹ ਸਭ ਦੇ ਵਿੱਚ ਹੀ ਸਾਂਝੀ ਹੁੰਦੀ ਆ, ਉਹਨੂੰ ਸਭ ਹੀ ਜਾਣਦੇ ਆ। ਜਿਵੇਂ ਤੁਸੀਂ ਇੱਕ ਕੈਲੰਡਰ ਵੇਖਿਆ ਹੋਣਾ ਕਿ ਜਿਹਦੇ ਵਿੱਚ ਜਿਹੜੇ ਬਾਬਾ ਦੀਪ ਸਿੰਘ ਆ, ਉਹਨਾਂ ਦਾ ਜਿਹੜਾ ਸੀਸ ਆ ਉਹ ਤਲੀ ਦੇ ਉੱਤੇ ਟਿਕਿਆ ਹੋਇਆ ਅਤੇ ਇੱਕ ਹੱਥ ਦੇ ਨਾਲ ਉਹ ਖੰਡਾ ਵਾਹੁੰਦੇ ਜਾ ਰਿਹਾ, ਇੱਕ ਹੱਥ ਦੇ ਉੱਤੇ ਸੀਸ ਟਿਕਿਆ ਹੋਇਆ ਅਤੇ ਜਿਹੜੀ ਗਰਦਨ ਆ ਉਹ ਉੱਥੋਂ ਜਿਹੜਾ ਗਾਲਾ ਉਹ ਕੱਟਿਆ ਹੋਇਆ। ਹੁਣ ਇਹ ਗੱਲ ਵਿਗਿਆਨਕ ਤੌਰ 'ਤੇ ਸੰਭਵ ਨਹੀਂ ਹੈ। ਇਹ ਜਿਹੜੀ ਗੱਲ ਆ ਇਹ ਜਿਹੜਾ ਵਿਗਿਆਨਕ ਮਨ ਆ ਉਹ ਨਹੀਂ ਮੰਨਦਾ, ਪਰ ਸਾਰੇ ਪੰਜਾਬੀਆਂ ਨੂੰ ਇਸ ਗੱਲ ਇਸ ਚੀਜ਼ ਬਾਰੇ ਪਤਾ ਹੈ, ਇਸ ਵਿਚਾਰ ਬਾਰੇ ਪਤਾ ਹੈ, ਇਸ ਕਥਾ ਬਾਰੇ ਪਤਾ ਹੈ, ਇਸ ਗੱਲ ਬਾਰੇ ਪਤਾ ਹੈ। ਤਾਂ ਇਹਦੀ ਸੱਚਾਈ ਇਸ ਗੱਲ ਵਿੱਚ ਨਹੀਂ ਹੈ ਕਿ ਕੀ ਇਉਂ ਵਾਪਰਿਆ ਕਿ ਨਹੀਂ ਵਾਪਰਿਆ। ਇਸ ਦੀ ਸੱਚਾਈ ਇਸ ਗੱਲ ਵਿੱਚ ਆ ਕਿ ਲੋਕ ਬਾਣੇ ਨੂੰ ਮੰਨਦਾ ਹੈ ਕਿ ਨਹੀਂ। ਤਾਂ ਲੋਕ ਬਾਣੇ ਨੂੰ ਮੰਨਦਾ ਹੈ ਅਤੇ ਅਸਲ ਦੇ ਵਿੱਚ ਇਹ ਵਿਅਕਤੀ ਦਾ ਆਪਣੇ ਅਕੀਦੇ ਲਈ ਲੜ ਮਰਨ ਦਾ, ਆਪਣੇ ਅਕੀਦੇ ਲਈ ਜਾਨ ਦੇਣ ਦਾ ਪ੍ਰਤੀਕ ਆ। ਤਾਂ ਜਿਹੜੀ ਮਿੱਥ ਆ ਉਹ ਅਸਲ ਵਿੱਚ ਸੱਚੀ ਜਾਂ ਝੂਠੀ ਨਹੀਂ ਹੁੰਦੀ, ਉਹਦਾ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਹੁੰਦਾ ਹੈ। ਜਿਹਨਾਂ ਲੋਕ ਮਨ ਜਿਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਉਹ ਮਿੱਥ ਦੀ ਤਾਕਤ ਹੁੰਦੀ ਹੈ। ਉਹਨੂੰ ਵਿਗਿਆਨਕ ਜਾਂ ਤਰਕ ਆਧਾਰਿਤ ਗੱਲਾਂ 'ਤੇ ਅਸੀਂ ਨਹੀਂ ਸਮਝ ਸਕਦੇ। ਦੂਜਾ ਜਿਹੜਾ ਮਿੱਥ ਹੈਗੀ ਆ ਉਹਦੇ ਵਿੱਚ ਸਿੱਧਾ ਸੱਚ ਨਹੀਂ ਹੁੰਦਾ, ਉਹਦੇ ਵਿੱਚ ਕਾਵਕ ਸੱਚ ਹੁੰਦਾ ਹੈ। ਕਾਵਕ ਸੱਚ ਆ ਜਿਹੜਾ ਉਹ ਪ੍ਰਤੀਕਾਂ ਦੇ ਰਾਹੀਂ ਹੋਂਦ ਵਿੱਚ ਆਉਂਦਾ ਹੈ। ਤਾਂ ਮਿੱਥ ਨੂੰ ਸਾਨੂੰ ਇਸ ਤਰ੍ਹਾਂ ਸਮਝਣਾ ਪਵੇਗਾ, ਤਾਂ ਹੀ ਅਸੀਂ ਇਸ ਜਨਮ ਸਾਖੀਆਂ ਨੂੰ ਸਮਝ ਸਕਾਂਗੇ। ਚਾਹੇ ਉਹ ਸੱਪ ਦੇ ਛਾਂ ਕਰਨ ਵਾਲੀ ਸਾਖੀ ਹੋਵੇ, ਚਾਹੇ ਉਹ ਬਿਰਛ ਦੇ ਛਾਂ ਨਾ ਫਿਰਨ ਵਾਲੀ ਹੋਵੇ ਸਾਖੀ, ਚਾਹੇ ਉਹ ਮੋਹਰਾਂ ਦਾ ਕੋਲੇ ਬਣਨ ਦੀ ਸਾਖੀ ਹੋਵੇ, ਚਾਹੇ ਉਹ ਸੂਲੀ ਦੀ ਸੂਲ ਬਣਨ ਦੀ ਸਾਖੀ ਹੋਵੇ। ਇਹ ਸਾਖੀਆਂ ਦੇ ਵਿੱਚ ਕਾਵਕ ਸੱਚ ਪ੍ਰਤੀਕਾਤਮਕ ਰੂਪ ਵਿੱਚ ਸਮਾਇਆ ਹੁੰਦਾ ਹੈ, ਜਿਸ ਵਿੱਚ ਉਸ ਮਿੱਥ ਨੂੰ, ਉਸ ਮਿਥਿਹਾਸ ਨੂੰ ਮੰਨਣ ਵਾਲੇ, ਸਮਝਣ ਵਾਲੇ ਸਾਂਝਾ ਕਰਦੇ ਨੇ। ਇਸ ਪ੍ਰਸੰਗ ਵਿੱਚ ਇਹਨਾਂ ਨੂੰ ਸਮਝਣਾ ਚਾਹੀਦਾ। ਇਤਿਹਾਸਕ ਪੱਖ ਤੋਂ ਇਹ ਸਾਖੀਆਂ ਸਾਨੂੰ ਮੋਟੇ ਤੌਰ 'ਤੇ ਤਿੱਥਾਂ ਦਾ ਵੇਰਵਾ ਨਾ ਵੀ ਦੇਣ ਤਾਂ ਉਹ ਘਟਨਾਵਾਂ ਦਾ ਵੇਰਵਾ ਦਿੰਦੀਆਂ ਨੇ। ਉਹ ਜਿਹੜੇ ਘਟਨਾਵਾਂ ਨੇ ਉਹ ਘਟਨਾਵਾਂ ਹੂ-ਬੂ ਉਸੇ ਰੂਪ ਵਿੱਚ ਉਸੇ ਥਾਂ 'ਤੇ ਨਾ ਵੀ ਘਟੀਆਂ ਹੋਣ ਤਾਂ ਉਹ ਲੋਕ ਮਨਾਂ ਵਿੱਚ ਘਟੀਆਂ। ਲੋਕ ਮਨਾਂ ਵਿੱਚ ਘਟੀਆਂ ਹੋਣ ਤੋਂ ਭਾਵ ਇਹ ਕਿ ਲੋਕ ਉਹਨਾਂ ਨੂੰ ਸੱਚ ਕਰਕੇ ਜਾਣਦੇ ਆ। ਤਾਂ ਪੁਰਾਤਨ ਜਨਮ ਸਾਖੀ ਹੋਵੇ ਜਾਂ ਹੋਰ ਸਾਖੀਆਂ ਹੋਣ ਜਾਂ ਕੋਈ ਵੀ ਧਾਰਮਿਕ ਕਥਾਵਾਂ ਹੋਣ, ਉਹਨਾਂ ਨੂੰ ਸਮਝਣ ਦੇ ਲਈ ਸਾਨੂੰ ਉਹਨਾਂ ਨੂੰ ਮੌਜੂਦਾ ਜਿਹੜੀ ਸਾਡੀ ਸਮਝ ਹੈਗੀ ਆ, ਜਿਹਨੂੰ ਅਸੀਂ ਵਿਗਿਆਨਕ ਸਮਝ ਕਹਿੰਦੇ ਆ ਜਾਂ ਤਰਕ ਦੀ ਸਮਝ ਕਹਿੰਦੇ ਆ ਜਾਂ ਜਿਹਨੂੰ ਅਸੀਂ ਬੁੱਧੀ ਦੀ ਜਾਂ ਲੌਜਿਕ ਦੀ ਗੱਲ ਕਰਦੇ ਹਾਂ, ਉਹਦੀ ਬਜਾਏ ਸਾਨੂੰ ਇਸ ਨੂੰ ਕਾਵਕ ਸੱਚ ਵਜੋਂ, ਗਲਪੀ ਸੱਚ ਵਜੋਂ, ਪ੍ਰਤੀਕ ਪ੍ਰਬੰਧ ਵਜੋਂ ਇਹਨਾਂ ਨੂੰ ਵੇਖਣਾ ਚਾਹੀਦਾ। ਇਹਦੇ ਵਿੱਚੋਂ ਜਿਹੜੇ ਇਤਿਹਾਸਕ ਅੰਸ਼ ਨੇ ਉਹਨਾਂ ਨੂੰ ਅਸੀਂ ਵੱਖਰੇ ਤੌਰ 'ਤੇ ਨਿਖੇੜ ਸਕਦੇ ਹਾਂ ਅਤੇ ਜਿਹੜੇ ਮਿਥਿਹਾਸਕ ਅੰਸ਼ ਨੇ ਉਹਨਾਂ ਨੂੰ ਵੱਖਰੇ ਤੌਰ 'ਤੇ ਨਿਖੇੜ ਸਕਦੇ ਹਾਂ। ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਜਿਹੜੀ ਇਹ ਪੁਰਾਤਨ ਜਨਮ ਸਾਖੀ ਹੈ, ਇਹਦੀ ਜਦੋਂ ਅਸੀਂ ਸਾਹਿਤਕ ਵਿਸ਼ੇਸ਼ਤਾ ਹੀ ਨਹੀਂ, ਇਹਦੀ ਸੱਭਿਆਚਾਰਕ ਜਿਹੜੀ ਮਹੱਤਤਾ ਉਹ ਵੀ ਬਹੁਤ ਜ਼ਿਆਦਾ ਹੈ। ਉਹਦਾ ਕਾਰਨ ਇਹ ਕਿ ਇੱਕ ਤਾਂ ਇਹ ਕਿ ਜਿਹੜੀ ਸਾਡੀ ਜਿੰਨੇ ਵੀ ਮੱਧਕਾਲੀ ਵਾਰਤਕ ਰੂਪ ਨੇ ਉਹਨਾਂ ਸਾਰਿਆਂ ਵਾਰਤਕ ਰੂਪਾਂ ਦੀ ਇਹ ਜਨਮ ਸਾਖੀ ਆ ਜਿਹੜੀ ਇਹ ਮਾਂ ਹੈ। ਚਾਹੇ ਗੋਸ਼ਟ ਹੋਣ, ਚਾਹੇ ਪਰਮਾਰਥ ਹੋਣ, ਚਾਹੇ ਥਾਨਕਾਵਾਂ ਹੋਣ, ਚਾਹੇ ਟੀਕੇ ਹੋਣ, ਉਹ ਸਭ ਦਾ ਮੁੱਢਲਾ ਬੀਜ ਰੂਪ ਜਨਮ ਸਾਖੀਆਂ ਦੇ ਵਿੱਚ ਹੀ ਪ੍ਰਾਪਤ ਆ। ਜਨਮ ਸਾਖੀਆਂ ਦੇ ਵਿੱਚ ਹੀ ਪ੍ਰਾਪਤ ਆ। ਜਨਮ ਸਾਖੀਆਂ ਸਾਨੂੰ ਇਹ ਦੱਸਦੀਆਂ ਕਿ ਸ਼ਬਦ ਕਦੋਂ ਉਚਾਰਿਆ ਤਾਂ ਉਹ ਅਥਾਨਕਾ ਬਣ ਜਾਂਦੀ ਹੈ। ਕੋਈ ਜਿਹੜਾ ਸ਼ਬਦ ਆ
ਉਹਦਾ ਅਰਥ ਕੀ ਆ ਜਦੋਂ ਉਹਦੀ ਵਿਆਖਿਆ ਕੀਤੀ ਜਾਂਦੀ ਆ ਉਹ ਟੀਕਾ ਬਣ ਜਾਂਦਾ। ਉਹ ਸਾਡੀ ਇੱਥੋਂ ਤੱਕ ਕਿ ਸਾਡੀ ਨਿੱਕੀ ਕਹਾਣੀ ਦੇ ਬੀਜ ਵੀ ਇਹਨਾਂ ਸਾਖੀਆਂ ਦੇ ਵਿੱਚ ਮੌਜੂਦ ਨੇ। ਤਾਂ ਇਹ ਸਾਡਾ ਸਾਹਿਤਕ ਵਿਰਸਾ ਹੈ। ਇਹਦੀ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਅਤੇ ਇਹਦੀ ਗਲਪੀ ਜੁਗਤ ਦੀ ਗੱਲ ਕਰਦੇ ਹਾਂ, ਇਹਦੇ ਚਰਿੱਤਰ ਨਿਰਮਾਣ ਦੀਆਂ ਅਸੀਂ ਵਿਧੀਆਂ ਵੇਖਦੇ ਹਾਂ। ਤਾਂ ਉਹ ਚਰਿੱਤਰ ਨਿਰਮਾਣ ਦੀਆਂ ਵਿਧੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਤਨ ਜਨਮ ਸਾਖੀ ਹੈ ਜਿਹੜੀ ਉਹ ਸਾਹਿਤਕ ਅਤੇ ਸੱਭਿਆਚਾਰਕ ਪੱਖ ਤੋਂ ਬੜੀ ਹੀ ਮਹੱਤਵਪੂਰਨ ਰਚਨਾ ਹੈਗੀ ਹੈ। ਤਾਂ ਪੁਰਾਤਨ ਜਨਮ ਸਾਖੀ ਦੇ ਵਿੱਚ ਜਿਹੜੀਆਂ 57 ਸਾਖੀਆਂ ਉਹਨੂੰ ਤੁਸੀਂ ਆਪ ਇੱਕ ਵਾਰ ਪੜ੍ਹਨ ਦੀ ਕੋਸ਼ਿਸ਼ ਕਰੋ, ਇੱਕ ਵਾਰ ਸਮਝਣ ਦੀ ਕੋਸ਼ਿਸ਼ ਕਰੋ। ਉਹਦੇ ਵਿੱਚ ਜਿਹੜਾ ਕਥਾ ਰਸ ਆ ਉਹ ਉਸ ਦਾ ਆਨੰਦ ਮਾਣੋ। ਉਹਦੇ ਵਿੱਚ ਜਿਹੜੇ ਸ਼ਬਦਾਂ ਦੇ ਗੁਰਬਾਣੀ ਦੇ ਅਰਥ ਕੀਤੇ ਗਏ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਸ ਨਾਲ ਤੁਸੀਂ ਇਸ ਪੁਰਾਤਨ ਜਨਮ ਸਾਖੀ ਨੂੰ ਇੱਕ ਸਮੁੱਚੀ ਰਚਨਾ ਵਜੋਂ ਫਿਰ ਵਾਚੋ। ਸਮੁੱਚੀ ਰਚਨਾ ਵਜੋਂ ਜਦੋਂ ਅਸੀਂ ਵਾਚੋਗੇ ਤਾਂ ਫਿਰ ਆਪਾਂ ਇਹਦੀ ਭਾਸ਼ਾ ਬਾਰੇ, ਇਹਦੀ ਸ਼ੈਲੀ ਬਾਰੇ, ਇਹਦੀਆਂ ਕਥਾਤਮਕ ਜੁਗਤਾਂ ਬਾਰੇ, ਇਹਦੀ ਮਿੱਥ ਦੇ ਪੱਖ ਤੋਂ ਇਹਦੇ ਅਧਿਐਨ ਕਰਨ ਦੇ ਸਮਰੱਥ ਹੋਵਾਂਗੇ। ਅੱਜ ਇਸ ਲੈਕਚਰ ਦੇ ਵਿੱਚ ਪੁਰਾਤਨ ਜਨਮ ਸਾਖੀ ਬਾਰੇ ਤੁਹਾਨੂੰ ਕੁਝ ਮੁੱਢਲੀਆਂ ਗੱਲਾਂ ਦੱਸੀਆਂ, ਕੁਝ ਮੁੱਢਲੀਆਂ ਗੱਲਾਂ ਕੀਤੀਆਂ। ਕਿਸੇ ਹੋਰ ਲੈਕਚਰ ਦੇ ਵਿੱਚ ਆਪਾਂ ਇਸ ਦੀ ਸਾਹਿਤਕ ਵਿਸ਼ੇਸ਼ਤਾ ਅਤੇ ਇਹਦੀ ਕਲਾਤਮਕਤਾ ਨੂੰ ਹੋਰ ਗੰਭੀਰਤਾ ਨਾਲ, ਹੋਰ ਡੂੰਘਾਈ ਨਾਲ